ਇਤਿਹਾਸ ਪਤਾ ਨਹੀਂ ਕਿੰਨੀਆਂ ਹੀ ਵੀਰ ਗਾਥਾਵਾਂ ਨਾਲ ਭਰਿਆ ਪਿਆ ਹੈ। ਕਦੇ ਇਤਿਹਾਸ ਦੇ ਪੰਨਿਆਂ ਨੇ ਸਾਨੂੰ ਦਰਦ ਦਿੱਤਾ ਅਤੇ ਕਈ ਅਨਮੋਲ ਰਤਨ ਵੀ ਦਿੱਤੇ। ਇਹਨਾਂ ਰਤਨਾਂ ਵਿੱਚੋਂ ਇੱਕ ਸਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੇ ਇੱਕ ਹੱਥ ਵਿੱਚ ਤਲਵਾਰ ਅਤੇ ਇੱਕ ਹੱਥ ਵਿੱਚ ਕਲਮ ਸੀ। ਉਹ ਸੰਤ ਸਨ, ਉਹ ਸਿਪਾਹੀ ਸਨ, ਕਮਜ਼ੋਰਾਂ ਦੀ ਉਹ ਤਾਕਤ ਸਨ, ਮੁਗਲਾਂ ਦੇ ਉਹ ਕਾਲ ਸਨ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ। 22 ਦਸੰਬਰ 1666 ਇਹ ਉਹ ਦਿਨ ਸੀ ਜਦੋਂ ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਜੀ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਨ੍ਹਾਂ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਸੀ। ਗੁਰੂ ਜੀ ਦੇ ਆਪਣੇ ਬਚਪਨ ਦੇ 4 ਸਾਲ ਪਟਨਾ ਬਿਤਾਏ। ਇਸ ਸਮੇਂ ਉਹਨਾਂ ਦੇ ਪਿਤਾ ਅਸਮ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ। ਜਦੋਂ ਪਿਤਾ ਵਾਪਿਸ ਆਏ ਤਾਂ 1670 ਵਿੱਚ ਗੁਰੂ ਸਾਹਿਬ ਚੱਕ ਨਾਨਕੀ ਸਥਾਨ 'ਤੇ ਆ ਗਏ। ਇੱਥੇ ਗੁਰੂ ਜੀ ਨੇ ਸਿੱਖਿਆ ਪ੍ਰਾਪਤ ਕਰਨਾ ਸ਼ੁਰੂ ਕੀਤਾ। ਸੰਸਕ੍ਰਿਤ ਦੇ ਉਹ ਗਿਆਨੀ ਬਣੇ, ਫਾਰਸੀ ਉਹਨਾਂ ਦੀ ਕਲਮ 'ਤੇ ਆਈ, ਗੁਰਮੁਖੀ ਗੁਰੂ ਸਾਹਿਬ ਦੇ ਮੁਖ 'ਤੇ ਚੜ੍ਹੀ, ਤਲਵਾਰ ਨਾਲ ਗੁਰੂ ਦੀ ਪਹਿਚਾਣ ਬਣੀ। ਇਸ ਸਮੇਂ ਗੁਰੂ ਤੇਗ ਬਹਾਦਰ ਜੀ ਕੋਲ ਕਸ਼ਮੀਰੀ ਪੰਡਿਤ ਆਏ। ਉਹਨਾਂ ਨੇ ਬੇਨਤੀ ਕੀਤੀ ਕਿ ਕਸ਼ਮੀਰ ਵਿੱਚ ਹਿੰਦੂਆਂ 'ਤੇ ਅਤਿਆਚਾਰ ਹੋ ਰਿਹਾ ਹੈ, ਗਾਵਾਂ 'ਤੇ ਹਿੰਦੂਆਂ ਦਾ ਕਤਲੇਆਮ ਹੋ ਰਿਹਾ ਹੈ। ਮੁਗਲਾਂ ਦਾ ਇਹ ਫਰਮਾਨ ਹੈ ਕਿ ਤੁਹਾਡਾ ਕੋਈ ਮਹਾਂਪੁਰਸ਼ ਹੋਵੇ ਜੋ ਸਾਡੀ ਤਲਵਾਰ ਅੱਗੇ ਇਸਲਾਮ ਧਰਮ ਨੂੰ ਕਬੂਲਣ ਤੋਂ ਮਨਾ ਕਰ ਦੇਵੇ, ਉਸ ਨੂੰ ਲੈ ਆਵੋ। ਅਸੀਂ ਕਸ਼ਮੀਰ ਦੇ ਪੰਡਤਾਂ ਦਾ ਧਰਮ ਬਦਲਣ ਲਈ ਮਜਬੂਰ ਨਹੀਂ ਕਰਾਂਗੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਅਤੇ ਗਾਵਾਂ ਲਈ ਆਪਣਾ ਬਲੀਦਾਨ ਚਾਂਦਨੀ ਚੌਂਕ ਵਿੱਚ ਦੇ ਦਿੱਤਾ। ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਸੀ। ਹੁਣ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਆਪ ਜੀ ਦੀ ਸੀ। ਨਾਲ ਹੀ ਆਪ ਅੱਗੇ ਦੁਸ਼ਮਣਾਂ ਦਾ ਖਾਤਮਾ ਕਰਨ ਦੀ ਚੁਣੌਤੀ ਵੀ ਸੀ। ਖਾਲਸੇ ਦਾ ਜਨਮ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ। ਆਪ ਜੀ ਨੇ ਅੰਮ੍ਰਿਤ ਛਕਿਆ। ਇਸ ਤਰ੍ਹਾਂ ਆਪ ਜੀ ਦੇ ਨਾਮ ਨਾਲ ਸਿੰਘ ਸ਼ਬਦ ਜੁੜ ਗਿਆ। ਭੰਗਾਣੀ ਦਾ ਯੁੱਧ। ਗੁਰੂ ਜੀ ਦੇ ਪਹਿਲਾ ਯੁੱਧ ਭੰਗਾਣੀ ਵਿਖੇ, ਜੋ ਕਿ ਦਰਿਆ ਗਿਰੀ ਦੇ ਕੰਢੇ 'ਤੇ ਸੀ ਅਤੇ ਪੌਂਟਾ ਸਾਹਿਬ ਤੋਂ 10 ਕਿਲੋਮੀਟਰ ਦੂਰ ਸੀ, 1688 ਈਸਵੀ ਵਿੱਚ ਲੜਿਆ। ਇੱਕ ਪਾਸੇ ਗੁਰੂ ਜੀ ਸਨ ਅਤੇ ਵਿਰੋਧੀ ਧਿਰ ਵਿੱਚ ਬਿਲਾਸਪੁਰ ਦਾ ਰਾਜਾ ਭੀਮ ਚੰਦ ਅਤੇ ਹੋਰ ਪਹਾੜੀ ਰਾਜੇ ਸਨ। ਇਸ ਲੜਾਈ ਵਿੱਚ ਗੁਰੂ ਜੀ ਦੀ ਜਿੱਤ ਹੋਈ। ਇਸ ਯੁੱਧ ਮਗਰੋਂ ਭੀਮ ਚੰਦ ਅਤੇ ਪਹਾੜੀ ਰਾਜੇ ਗੁਰੂ ਜੀ ਦੇ ਮਿੱਤਰ ਬਣ ਗਏ। ਨਦੌਨ ਦੀ ਲੜਾਈ। ਹੁਣ ਪਹਾੜੀ ਰਾਜਿਆਂ ਵੱਲੋਂ ਮੁਗਲਾਂ ਨੂੰ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਸੋ ਉਹਨਾਂ ਵਿਰੁੱਧ ਅਲਿਫ ਖਾਨ ਦੀ ਅਗਵਾਈ ਵਿੱਚ ਫੌਜਾਂ ਭੇਜੀਆਂ ਗਈਆਂ। 1690 ਈਸਵੀ ਨੂੰ ਨਦੌਨ ਦੀ ਜੰਗ ਹੋਈ। ਨਦੌਨ ਬਿਆਸ ਦਰਿਆ ਦੇ ਕੰਢੇ 'ਤੇ ਕਾਂਗੜਾ ਤੋਂ 20 ਕਿਲੋਮੀਟਰ ਦੂਰ ਦੱਖਣ ਵੱਲ ਵਸਿਆ ਹੋਇਆ ਹੈ। ਇਹ ਜੰਗ ਵਿੱਚ ਅਲਿਫ ਖਾਨ ਦੀ ਹਾਰ ਹੋਈ ਅਤੇ ਗੁਰੂ ਸਾਹਿਬ ਅਤੇ ਉਹਨਾਂ ਦੇ ਸਾਥੀ ਜਿੱਤ ਗਏ। ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ। ਖਾਲਸਾ ਪੰਥ ਦੀ ਸਾਜਨਾ ਤੋਂ 2 ਸਾਲ ਮਗਰੋਂ ਰਾਜਾ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਕਿਲ੍ਹੇ 'ਤੇ ਹਮਲਾ ਕਰ ਦਿੱਤਾ। ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ। ਅੰਤ ਵਿੱਚ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਸੰਧੀ ਕਰ ਲਈ ਅਤੇ ਗੁਰੂ ਸਾਹਿਬ ਪਿੰਡ ਨਿਰਮੋਹ ਚਲੇ ਗਏ। ਨਿਰਮੋਹ ਦੀ ਲੜਾਈ। 1702 ਈਸਵੀ ਵਿੱਚ ਰਾਜਾ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਦੀ ਮਦਦ ਨਾਲ ਅਚਾਨਕ ਹੀ ਪਿੰਡ ਨਿਰਮੋਹ 'ਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਹਮਲਾਵਰਾਂ ਨੂੰ ਖਦੇੜ ਦਿੱਤਾ। ਬਸੋਲੀ ਦੀ ਲੜਾਈ। ਨਿਰਮੋਹ ਦੀ ਜੰਗ ਤੋਂ ਮਗਰੋਂ ਗੁਰੂ ਜੀ ਦਰਿਆ ਸਤਲੁਜ ਪਾਰ ਕਰਕੇ ਉੱਥੋਂ ਦੇ ਰਾਜਾ ਦੇ ਸੱਦੇ 'ਤੇ ਪਿੰਡ ਬਸੋਲੀ ਪਹੁੰਚੇ। ਰਾਜਾ ਭੀਮ ਚੰਦ ਨੇ ਗੁਰੂ ਜੀ ਨੂੰ ਫੜਨ ਲਈ ਆਪਣੀਆਂ ਫੌਜਾਂ ਭੇਜੀਆਂ। ਬਸੋਲੀ ਵਿੱਚ ਛਿੜੀ ਇਸ ਜੰਗ ਵਿੱਚ ਸਿੱਖਾਂ ਨੇ ਭੀਮ ਚੰਦ ਦੀ ਸੈਨਾ ਨੂੰ ਹਰਾ ਦਿੱਤਾ। ਹੁਣ ਸਿੱਖਾਂ ਨੇ ਭੀਮ ਚੰਦ ਦੇ ਇਲਾਕੇ 'ਤੇ ਹਮਲਾ ਕਰਕੇ ਕਮਲਕੋਟ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਅਨੰਦਪੁਰ ਸਾਹਿਬ ਦੀ ਦੂਜੀ ਲੜਾਈ। ਪਹਾੜੀ ਰਾਜਿਆਂ ਦੀ ਇੱਛਾ 'ਤੇ ਸਰਹਿੰਦ ਦੇ ਮੁਗਲ ਫੌਜਦਾਰ ਵਜ਼ੀਰ ਖਾਨ ਨੇ ਉਹਨਾਂ ਦੀ ਸਹਾਇਤਾ ਲਈ ਵੱਡੀ ਫੌਜ ਭੇਜੀ। ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਦੀ ਗੜ੍ਹੀ 'ਤੇ ਕਬਜ਼ਾ ਕਰ ਲਿਆ। ਸਿੱਖਾਂ ਨੇ ਲੰਬੇ ਸਮੇਂ ਤੱਕ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ। ਅੰਤ ਸਾਧਨਾ ਦੀ ਘਾਟ ਕਾਰਨ ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ। ਇਸ ਸਮੇਂ ਗੁਰੂ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਆਪ ਨਾਲੋਂ ਜੁਦਾ ਹੋ ਗਏ ਅਤੇ ਮੁਗਲਾਂ ਦੇ ਹੱਥ ਚੜ੍ਹ ਗਏ। ਇਸਲਾਮ ਧਰਮ ਨਾ ਕਬੂਲਣ ਕਾਰਨ ਵਜ਼ੀਰ ਖਾਨ ਦੇ ਹੁਕਮਾਂ 'ਤੇ ਇਹਨਾਂ ਨੂੰ ਜਿਉਂਦੇ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਸ਼ਾਹੀ ਟਿੱਬੀ ਦੀ ਲੜਾਈ। 1704 ਦੁਸ਼ਮਣਾਂ ਨੂੰ ਕਰਾਰੇ ਹੱਥੀ ਲੈਂਦਿਆਂ ਗੁਰੂ ਜੀ ਨੇ ਭਾਈ ਉਦੇ ਸਿੰਘ ਦੀ ਅਗਵਾਈ ਹੇਠ 50 ਸਿੱਖਾਂ ਦਾ ਜੱਥਾ ਭੇਜਿਆ।
ਸ਼ਾਹੀ ਟਿੱਬੀ ਤੇ ਘਸਮਾਨ ਦਾ ਯੁੱਧ ਹੋਇਆ। ਇਸ ਜੰਗ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ, ਪਰ ਅੰਤ ਤੱਕ ਬਹਾਦਰੀ ਨਾਲ ਲੜਦੇ ਰਹੇ। ਚਮਕੌਰ ਦੀ ਲੜਾਈ। ਸਰਸਾ ਨਦੀ ਨੂੰ ਪਾਰ ਕਰਕੇ ਗੁਰੂ ਜੀ ਪਹਿਲਾਂ ਕੋਟਲਾ ਨਿਹੰਗਾ ਪਹੁੰਚੇ, ਇੱਥੋਂ ਅੱਗੇ ਚਮਕੌਰ ਪਹੁੰਚੇ। ਇੱਥੇ ਉਹਨਾਂ ਨੂੰ ਕੇਵਲ ਆਪਣੇ 40 ਸਿੱਖਾਂ ਨਾਲ ਮੁਗਲਾਂ ਦੀ ਵੱਡੀ ਫੌਜ ਦਾ ਸਾਹਮਣਾ ਕਰਨਾ ਪਿਆ। ਸਿੱਖਾਂ ਨੇ ਦੁਸ਼ਮਣਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ, ਪਰ ਇਹਨਾਂ ਵਿੱਚੋਂ 35 ਸਿੱਖਾਂ, ਜਿਨ੍ਹਾਂ ਵਿੱਚ ਗੁਰੂ ਜੀ ਦੇ 2 ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਵੀ ਸ਼ਾਮਿਲ ਸਨ, ਜੰਗ ਵਿੱਚ ਲੜਦਿਆਂ ਸ਼ਹੀਦ ਹੋ ਗਏ। ਰਾਤ ਦੇ ਹਨੇਰੇ ਵਿੱਚ ਗੁਰੂ ਜੀ ਇੱਥੋਂ ਨਿਕਲਣ ਵਿੱਚ ਕਾਮਯਾਬ ਹੋਏ। ਖਿਦਰਾਣੇ ਦੀ ਲੜਾਈ। 1705 ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਦੀਨਾ ਅਤੇ ਹੋਰ ਪਿੰਡਾਂ ਵਿੱਚੋਂ ਦੀ ਗੁਰੂ ਜੀ ਖਿਦਰਾਣੇ ਪਹੁੰਚੇ, ਜਿੱਥੇ ਉਹਨਾਂ ਦੀ 29 ਦਸੰਬਰ 1705 ਨੂੰ ਮੁਗਲਾਂ ਵਿਰੁੱਧ ਆਖਰੀ ਜੰਗ ਹੋਈ। ਇਸ ਜੰਗ ਵਿੱਚ ਸਿੱਖਾਂ ਨੇ ਮੁਗਲਾਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਪਰ ਇਸ ਜੰਗ ਵਿੱਚ ਗੁਰੂ ਜੀ ਦੇ 40 ਮੁਕਤੇ ਸ਼ਹੀਦ ਹੋ ਗਏ। ਇਸ ਜਿੱਤ ਤੋਂ ਬਾਅਦ ਗੁਰੂ ਜੀ ਦੱਖਣ ਵੱਲ ਨੂੰ ਚਲੇ ਗਏ ਅਤੇ ਨੰਦੇੜ ਪਹੁੰਚੇ। ਇੱਥੇ ਉਹਨਾਂ ਨੂੰ ਮਾਧੋਦਾਸ ਬੈਰਾਗੀ ਦੀ ਕਾਇਆ ਕਲਪ ਕਰਕੇ ਉਹਨਾਂ ਨੂੰ ਵਜ਼ੀਰ ਖਾਨ ਨੂੰ ਸਜ਼ਾ ਦੇਣ ਲਈ ਪੰਜਾਬ ਭੇਜਿਆ। ਇੱਕ ਦਿਨ 2 ਪਠਾਨਾਂ ਨੇ ਨੰਦੇੜ ਵਿਖੇ ਹੀ ਗੁਰੂ ਜੀ ਦਾ ਪਿੱਛਾ ਕੀਤਾ ਅਤੇ ਉਹਨਾਂ ਵਿੱਚੋਂ ਇੱਕ ਨੇ ਗੁਰੂ ਜੀ ਦੇ ਦਿਲ ਹੇਠਾਂ ਖੱਬੇ ਪਾਸੇ ਚਾਕੂ ਨਾਲ ਵਾਰ ਕਰ ਦਿੱਤਾ। ਇਹ ਜ਼ਖਮ ਸੀਤਾ ਗਿਆ, ਪਰ ਕੁਝ ਦਿਨਾਂ ਮਗਰੋਂ ਟਾਂਕੇ ਟੁੱਟਣ ਕਾਰਨ ਬਹੁਤ ਖੂਨ ਵਹਿ ਗਿਆ। ਇਸ ਕਾਰਨ ਗੁਰੂ ਸਾਹਿਬ ਨਿਰਬਲ ਹੋ ਗਏ ਅਤੇ 7 ਅਕਤੂਬਰ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ।